ਨਵਦੀਪ ਆਪਣੀ ਸੱਸ ਤੋਂ ਜਰਾ ਹੁਸ਼ਿਆਰ ਰਹੀ। ਦੇਖਣ ਨੂੰ ਤਾਂ ਉਹ ਬੜੀ ਸਿੱਧੀ ਜਿਹੀ ਦਿਸਦੀ ਆ, ਪਰ ਓਨੀ ਸਿੱਧੀ ਹੈ ਨਹੀਂ। ਇਹੀ ਆਪਣਾ ਭੋਲਾਪਨ ਦਿਖਾ ਕੇ ਉਹਨਾਂ ਨੇ ਜਵਾਈ ਨੂੰ ਆਪਣੇ ਜਾਲ ਵਿੱਚ ਫਸਾ ਕੇ ਰੱਖਿਆ ਹੋਇਆ ਏ। ਨਵਦੀਪ ਧੀਏ, ਮੈਨੂੰ ਇਹੀ ਡਰ ਹੈ ਕਿ ਕਿਤੇ ਤੂੰ ਸਾਰੀ ਉਮਰ ਇਹਨਾਂ ਦੀ ਸੇਵਾ ਹੀ ਨਾ ਕਰਦੀ ਰਹਿ ਜਾਵੇਂ। ਕਿਸੇ ਤਰੀਕੇ ਦੇ ਨਾਲ ਜਵਾਈ ਨੂੰ ਕਹਿ ਕਿ ਆਪਣਾ ਅਲੱਗ ਘਰ ਲੈ ਲੈ। ਨਵਦੀਪ ਦੀ ਮਾਂ ਆਪਣੀ ਧੀ ਨੂੰ ਫੋਨ ਦੇ ਉੱਤੇ ਇਹ ਅਨਮੋਲ ਗਿਆਨ ਦੇ ਰਹੀ ਸੀ। ਨਵਦੀਪ ਬੋਲੀ, ਮੰਮੀ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਤੁਹਾਡਾ ਜਵਾਈ ਮੇਰੀਆਂ ਸਾਰੀਆਂ ਗੱਲਾਂ ਮੰਨਦਾ ਹੈ ਅਤੇ ਹੌਲੀ-ਹੌਲੀ ਮੈਂ ਉਹਨਾਂ ਨੂੰ ਆਪਣੀ ਮੁੱਠੀ ਵਿੱਚ ਕਾਬੂ ਕਰ ਲਵਾਂਗੀ। ਬਸ ਥੋੜੇ ਦਿਨਾਂ ਦੀ ਗੱਲ ਹੈ, ਫਿਰ ਤੁਸੀਂ ਦੇਖਿਓ ਮੈਂ ਉਹਨਾਂ ਨੂੰ ਲੈ ਕੇ ਜਲਦੀ ਹੀ ਇੱਕ ਅਲੱਗ ਘਰ ਦੇ ਵਿੱਚ ਚਲੀ ਜਾਵਾਂਗੀ। ਨਵਦੀਪ ਨੇ ਆਪਣੀ ਮਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਤੇ ਫਿਰ ਦੋਵੇਂ ਮਾਵਾਂ ਧੀਆਂ ਹੱਸਣ ਲੱਗ ਪਈਆਂ। ਉਸੇ ਵੇਲੇ ਬਾਹਰੋਂ ਆਵਾਜ਼ ਆਈ, ਧੀਏ 2 ਦਿਨਾਂ ਤੋਂ ਤੇਰੇ ਧੋਤੇ ਹੋਏ ਕੱਪੜੇ ਬਾਥਰੂਮ ਵਿੱਚ ਗਿੱਲੇ ਹੀ ਪਏ ਨੇ, ਉਹਨਾਂ ਨੂੰ ਜਾ ਕੇ ਕੋਠੇ ਤੇ ਸੁੱਕਣੇ ਪਾ ਦੇ, ਨਹੀਂ ਤਾਂ ਇਹ ਖਰਾਬ ਹੋ ਜਾਣਗੇ। ਸੁਰਿੰਦਰ ਜੀ, ਨਵਦੀਪ ਦੀ ਸੱਸ ਨੇ ਵਿਹੜੇ ਵਿੱਚ ਝਾੜੂ ਲਗਾਉਂਦੇ ਹੋਏ ਕਿਹਾ, ਠੀਕ ਹੈ ਮੈਂ ਕੱਪੜੇ ਸੁੱਕਣੇ ਪਾ ਦੇਵਾਂਗੀ, ਤੁਸੀਂ ਤਾਂ ਸਾਰਾ ਦਿਨ ਮੇਰੇ ਪਿੱਛੇ ਹੀ ਪਏ ਰਹਿੰਦੇ ਹੋ। ਨਵਦੀਪ ਨੇ ਆਪਣੇ ਕਮਰੇ ਵਿੱਚੋਂ ਹੀ ਉੱਚੀ ਆਵਾਜ਼ ਵਿੱਚ ਜਵਾਬ ਦੇ ਦਿੱਤਾ, ਧੀਏ ਇਸ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ, ਕਿਉਂ ਨਾ ਕਰਾਂ ਗੁੱਸਾ, ਕੱਪੜੇ ਮੇਰੇ ਨੇ, ਮੈਂ ਸੁਕਾਵਾਂ ਚਾਹੇ ਨਾ ਸੁਕਾਵਾਂ, ਤੁਹਾਡੇ ਸਿਰ ਦੇ ਵਿੱਚ ਕਿਉਂ ਦਰਦ ਹੋ ਰਿਹਾ ਹੈ? ਅਗਰ ਮੇਰੇ ਕੱਪੜੇ ਖਰਾਬ ਹੋਣਗੇ ਤਾਂ ਮੈਂ ਤੁਹਾਡੇ ਕੋਲੋਂ ਨਹੀਂ ਮੰਗਾਂਗੀ। ਆਪਣੇ ਕੰਮ ਦੇ ਨਾਲ ਕੰਮ ਰੱਖਿਆ ਕਰੋ। ਨਵਦੀਪ ਤੇਜ਼ੀ ਦੇ ਨਾਲ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਤੇ ਗੁੱਸੇ ਦੇ ਨਾਲ ਇੱਕ-ਇੱਕ ਕੱਪੜਾ ਸੁੱਕਣੇ ਪਾਉਣ ਲੱਗੀ ਤੇ ਬੋਲੀ, ਹੁਣ ਤਾਂ ਇਸ ਘਰ ਦੇ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਥੋੜੀ ਦੇਰ ਬੈੱਡ ਤੇ ਕੀ ਲੇਟ ਗਈ, ਇੱਥੇ ਤਾਂ ਤੂਫਾਨ ਹੀ ਖੜਾ ਹੋ ਗਿਆ। ਤੁਸੀਂ ਲੋਕ ਤਾਂ ਇਹੀ ਚਾਹੁੰਦੇ ਹੋ ਕਿ ਮੈਂ ਨੌਕਰਾਣੀ ਬਣ ਕੇ ਸਾਰੇ ਘਰ ਦਾ ਕੰਮ ਕਰਦੀ ਰਹਾਂ ਤੇ ਸਾਰਿਆਂ ਦੀ ਸਾਰਾ ਦਿਨ ਸੇਵਾ ਕਰਦੀ ਰਹਾਂ, ਜਿਵੇਂ ਮੈਂ ਕੋਈ ਇਨਸਾਨ ਨਹੀਂ, ਪੱਥਰ ਹਾਂ। ਨਵਦੀਪ ਬਿਨਾਂ ਕਿਸੇ ਮਤਲਬ ਤੋਂ ਹੀ ਬੋਲੀ ਜਾ ਰਹੀ ਸੀ ਅਤੇ ਇੱਧਰ ਉਸਦੀ ਸੱਸ ਸੁਰਿੰਦਰ, ਜਿਹਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਉਹਨਾਂ ਨੇ ਅਜਿਹਾ ਕੀ ਕਹਿ ਦਿੱਤਾ ਜੋ ਨਵਦੀਪ ਐਨੀ ਭੜਕੀ ਪਈ ਹੈ। 1 ਸਾਲ ਪਹਿਲਾਂ ਹੀ ਤਾਂ ਸੁਰਿੰਦਰ ਜੀ ਨੇ ਆਪਣੇ ਪੁੱਤਰ ਰਵੀ ਦਾ ਵਿਆਹ ਨਵਦੀਪ ਦੇ ਨਾਲ ਕੀਤਾ ਸੀ। ਬਹੁਤ ਸਾਰੀਆਂ ਕੁੜੀਆਂ ਦੇਖਣ ਤੋਂ ਬਾਅਦ ਉਹਨਾਂ ਨੂੰ ਨਵਦੀਪ ਪਸੰਦ ਆਈ ਸੀ। ਸੁਰਿੰਦਰ ਜੀ ਨੂੰ ਤਾਂ ਪਹਿਲੀ ਨਜ਼ਰ ਦੇ ਵਿੱਚ ਹੀ ਨਵਦੀਪ ਪਸੰਦ ਆ ਗਈ ਸੀ ਅਤੇ ਉਧਰ ਨਵਦੀਪ ਆਪਣੇ ਘਰ ਦੀ ਲਾਡਲੀ ਧੀ ਸੀ, ਖਾਸ ਕਰਕੇ ਆਪਣੀ ਮਾਂ ਦੀ। ਉਹਨਾਂ ਦੇ ਘਰ ਵਿੱਚ ਉਸ ਦੀ ਮਾਂ ਦੀ ਹੀ ਮੁਖਤਿਆਰੀ ਚੱਲਦੀ ਸੀ। ਹਰ ਤੀਜੇ ਦਿਨ ਨਵਦੀਪ ਦੀ ਮਾਂ ਉਸ ਨੂੰ ਅਲੱਗ ਘਰ ਲੈਣ ਵਾਸਤੇ ਕਹਿੰਦੀ ਰਹਿੰਦੀ ਸੀ। ਉਹ ਹਮੇਸ਼ਾ ਇਹੀ ਕਹਿੰਦੀ ਸੀ ਕਿ ਅਗਰ ਇਕੱਠੇ ਰਹੋਗੇ ਤਾਂ ਮਨ ਮਾਰ ਕੇ ਰਹਿਣਾ ਪਵੇਗਾ। ਵੈਸੇ ਤਾਂ ਨਵਦੀਪ ਦੇ ਸਹੁਰਿਆਂ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ, ਪਰ ਫਿਰ ਵੀ ਉਸ ਦੇ ਪੇਕਿਆਂ ਦੇ ਮੁਕਾਬਲੇ ਘਰ ਦੀ ਹਾਲਤ ਥੋੜੀ ਜਿਹੀ ਕਮਜ਼ੋਰ ਸੀ। ਨਵਦੀਪ ਦਾ ਸਹੁਰਾ ਮੋਹਨ ਇੱਕ ਬੈਂਕ ਵਿੱਚ ਕਲਰਕ ਦੇ ਤੌਰ ਤੇ ਕੰਮ ਕਰਦੇ ਸੀ। ਉਹਨਾਂ ਦੀ ਤਨਖਾਹ ਕੁਝ ਜ਼ਿਆਦਾ ਨਹੀਂ ਸੀ, ਪਰ ਨਵਦੀਪ ਦੀ ਸੱਸ ਨੇ ਘੱਟ ਤਨਖਾਹ ਵਿੱਚ ਹੀ ਆਪਣੇ ਘਰ ਨੂੰ ਬੜੇ ਵਧੀਆ ਤਰੀਕੇ ਨਾਲ ਚਲਾਇਆ ਹੋਇਆ ਸੀ। ਉਹਨਾਂ ਨੇ ਆਪਣੇ ਇੱਕ ਇਕਲੌਤੇ ਪੁੱਤਰ ਰਵੀ ਨੂੰ ਵਧੀਆ ਸਿੱਖਿਆ ਦਿੱਤੀ ਅਤੇ ਚੰਗੇ ਸਕੂਲ ਦੇ ਵਿੱਚ ਪੜ੍ਹਾਇਆ ਤਾਂ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਸਕੇ। ਅੱਜ ਉਹ ਇੰਨਾ ਕਾਬਲ ਬਣ ਗਿਆ ਸੀ ਕਿ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਹੈੱਡ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਉਸਦੀ ਕੰਪਨੀ ਦੇਸ਼ ਵਿਦੇਸ਼ ਵਿੱਚ ਫੈਲੀ ਹੋਈ ਸੀ। ਹੈੱਡ ਮੈਨੇਜਰ ਹੋਣ ਦੇ ਨਾਤੇ ਰਵੀ ਨੂੰ ਅਕਸਰ ਅਲੱਗ-ਅਲੱਗ ਥਾਵਾਂ ਦਾ ਦੌਰਾ ਕਰਨਾ ਪੈਂਦਾ ਸੀ। ਰਵੀ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਕਿਸ ਤਰ੍ਹਾਂ ਉਸਦੇ ਮਾਂ-ਬਾਪ ਨੇ ਉਸਨੂੰ ਕਠਿਨਾਈ ਦੇ ਵਿੱਚ ਸੰਘਰਸ਼ ਕਰਦੇ ਹੋਏ ਆਪਣੇ ਪੈਰਾਂ ਦੇ ਉੱਪਰ ਖੜਾ ਕੀਤਾ ਸੀ। ਇਸੇ ਕਰਕੇ ਉਸਨੂੰ ਆਪਣੇ ਮਾਤਾ-ਪਿਤਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਰਵੀ ਆਪਣੀ ਤਨਖਾਹ ਦੇ ਵਿੱਚੋਂ ਕੁਝ ਹਿੱਸਾ ਆਪਣੀ ਪਤਨੀ ਨਵਦੀਪ ਨੂੰ ਦਿੰਦਾ
ਅਤੇ ਬਾਕੀ ਦਾ ਹਿੱਸਾ ਆਪਣੀ ਮਾਂ ਦੇ ਹੱਥਾਂ ਦੇ ਉੱਪਰ ਰੱਖਦਾ ਸੀ। ਕੁਝ ਮਹੀਨੇ ਤਾਂ ਨਵਦੀਪ ਇਹ ਸਾਰਾ ਕੁਝ ਦੇਖਦੀ ਰਹੀ ਅਤੇ ਚੁੱਪ ਹੀ ਰਹੀ, ਪਰ ਹੌਲੀ-ਹੌਲੀ ਉਸ ਦੀ ਮਾਂ ਨੇ ਸਹੁਰਿਆਂ ਦੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਤੇ ਹਰ ਰੋਜ਼ ਫੋਨ ਤੇ ਗੱਲ ਕਰਦੀ ਧੀ ਦੇ ਸਹੁਰਿਆਂ ਦੇ ਘਰ ਦਾ ਸਾਰਾ ਰਾਜ ਜਾਣਦੀ ਸੀ। ਨਵਦੀਪ ਵੀ ਸਾਰੇ ਦਿਨ ਵਿੱਚ ਹੋਣ ਵਾਲੀਆਂ ਗੱਲਾਂ ਆਪਣੀ ਮਾਂ ਨੂੰ ਜ਼ਰੂਰ ਦੱਸਦੀ ਸੀ। ਆਪਣੇ ਪਤੀ ਦੀ ਤਨਖਾਹ ਦੇ ਵਿਸ਼ੇ ਵਿੱਚ ਜਦੋਂ ਉਸਨੇ ਆਪਣੀ ਮਾਂ ਨੂੰ ਦੱਸਿਆ ਤਾਂ ਨਵਦੀਪ ਦੀ ਮਾਂ ਨੇ ਸਾਫ਼ ਕਹਿ ਦਿੱਤਾ, ਤੇਰੇ ਪਤੀ ਦੀ ਤਨਖਾਹ ਦੇ ਉੱਪਰ ਸਿਰਫ ਤੇਰਾ ਹੱਕ ਹੈ। ਉਹੀ ਹੱਕ ਲੈਣ ਦੇ ਵਾਸਤੇ ਮਾਂ ਨੇ ਹਰ ਰੋਜ਼ ਆਪਣੀ ਧੀ ਨੂੰ ਕੁਝ ਨਾ ਕੁਝ ਸਿਖਾਉਣਾ ਸ਼ੁਰੂ ਕਰ ਦਿੱਤਾ। ਬਸ ਫਿਰ ਕੀ ਸੀ, ਅਗਲੇ ਹੀ ਦਿਨ ਨਵਦੀਪ ਨੇ ਘਰ ਵਿੱਚ ਹੰਗਾਮਾ ਖੜਾ ਕਰ ਦਿੱਤਾ ਕਿ ਜਾਂ ਤਾਂ ਉਸ ਦਾ ਪਤੀ ਰਵੀ ਸਾਰੀ ਤਨਖਾਹ ਲਿਆ ਕੇ ਉਸ ਨੂੰ ਦੇਵੇ, ਨਹੀਂ ਤਾਂ ਉਹ ਇਹ ਘਰ ਛੱਡ ਕੇ ਆਪਣੇ ਪੇਕੇ ਚਲੀ ਜਾਵੇਗੀ। ਉਸ ਦੀ ਇਹ ਗੱਲ ਸੁਣ ਕੇ ਰਵੀ ਬਹੁਤ ਹੈਰਾਨ ਹੋਇਆ, ਪਰ ਰਵੀ ਦੇ ਮਾਂ-ਬਾਪ ਘਰ ਦੇ ਵਿੱਚ ਕੋਈ ਝਗੜਾ ਨਹੀਂ ਚਾਹੁੰਦੇ ਸੀ ਅਤੇ ਨਾ ਹੀ ਉਹ ਆਪਣੇ ਪੁੱਤਰ ਦਾ ਘਰ ਤੋੜਨਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਚੁੱਪਚਾਪ ਸਵੀਕਾਰ ਕਰ ਲਿਆ। ਪਰ ਇਸ ਤੋਂ ਬਾਅਦ ਨਵਦੀਪ ਦੀ ਹਿੰਮਤ ਵੱਧਦੀ ਜਾ ਰਹੀ ਸੀ ਅਤੇ ਦਿਨੋਂ ਦਿਨ ਉਸ ਦਾ ਮੂੰਹ ਵੀ ਖੁੱਲਦਾ ਜਾ ਰਿਹਾ ਸੀ। ਉਸਨੇ ਹਰ ਇੱਕ ਗੱਲ ਦਾ ਆਪਣੀ ਸੱਸ ਨੂੰ ਉਲਟ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ ਅਤੇ ਘਰ ਦੇ ਵਿੱਚ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਤਾਂ ਹਰ ਰੋਜ਼ ਘਰ ਵਿੱਚ ਕੋਈ ਨਾ ਕੋਈ ਘਰੇਲੂ ਕਲੇਸ਼ ਪਿਆ ਹੀ ਰਹਿੰਦਾ। ਸੁਰਿੰਦਰ ਜੀ ਸ਼ਾਮ ਨੂੰ ਕਦੀ-ਕਦੀ ਆਪਣੀਆਂ ਸਹੇਲੀਆਂ ਦੇ ਕੋਲ ਬੈਠ ਜਾਇਆ ਕਰਦੀ ਸੀ ਅਤੇ ਰਵੀ ਦੇ ਪਿਤਾ ਜੀ ਘਰ ਦੇ ਵਿੱਚ ਸ਼ਾਂਤੀ ਚਾਹੁੰਦੇ ਸੀ। ਉਹ ਆਪਣੀ ਪਤਨੀ ਨੂੰ ਇਹੀ ਸਮਝਾਉਂਦੇ ਸੀ ਕਿ ਨਵਦੀਪ ਦੇ ਮੂੰਹ ਲੱਗਣਾ ਚੰਗੀ ਗੱਲ ਨਹੀਂ ਹੈ। ਇਸ ਕਰਕੇ ਉਹਨਾਂ ਨੇ ਵੀ ਹੁਣ ਆਫਿਸ ਤੋਂ ਲੇਟ ਆਉਣਾ ਸ਼ੁਰੂ ਕਰ ਦਿੱਤਾ ਸੀ। ਇੱਧਰ ਰਵੀ ਦੋਨਾਂ ਪਾਸਿਆਂ ਵਿੱਚ ਫਸ ਚੁੱਕਾ ਸੀ। ਇੱਕ ਪਾਸੇ ਉਸ ਨੂੰ ਜਨਮ ਦੇਣ ਵਾਲੀ ਮਾਂ ਸੀ ਜਿਸ ਨੇ ਬੜੀਆਂ ਹੀ ਕਠਿਨਾਈਆਂ ਦੇ ਨਾਲ ਆਪਣੇ ਪੁੱਤਰ ਨੂੰ ਇਸ ਲਾਇਕ ਬਣਾਇਆ ਸੀ। ਉਹ ਆਪਣੀ ਮਾਂ ਨੂੰ ਕੁਝ ਗਲਤ ਗੱਲਾਂ ਬੋਲੇ ਵੀ ਤਾਂ ਕਿਵੇਂ ਬੋਲੇ, ਅਤੇ ਦੂਜੇ ਪਾਸੇ ਉਸ ਦੀ ਪਤਨੀ ਨਵਦੀਪ ਦੇ ਸਾਹਮਣੇ ਤਾਂ ਉਸ ਦੀ ਬੋਲਣ ਦੀ ਹਿੰਮਤ ਹੀ ਨਹੀਂ ਸੀ। ਅਗਰ ਉਹ ਕਦੇ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਨਵਦੀਪ ਉਸ ਦਾ ਉਲਟ ਜਵਾਬ ਦੇ ਦਿੰਦੀ ਅਤੇ ਰੋਕ ਕੇ ਦੱਸ ਦਿੰਦੀ। ਹੁਣ ਤਾਂ ਨਵਦੀਪ ਹਰ ਰੋਜ਼ ਕੋਈ ਨਾ ਕੋਈ ਹੰਗਾਮਾ ਖੜਾ ਹੀ ਰੱਖਦੀ ਸੀ। ਦਿਨ ਰਾਤ ਇੱਕੋ ਹੀ ਗੱਲ ਕਿ ਮੈਂ ਹੁਣ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ, ਜਾਂ ਤਾਂ ਮੈਨੂੰ ਪੇਕੇ ਛੱਡ ਆਓ ਜਾਂ ਫਿਰ ਦੂਸਰਾ ਮਕਾਨ ਲੈ ਲਵੋ। ਅੱਜ ਸ਼ਾਮ ਨੂੰ ਜਦੋਂ ਰਵੀ ਆਫਿਸ ਤੋਂ ਘਰ ਆਇਆ ਤਾਂ ਸਿੱਧਾ ਆਪਣੇ ਕਮਰੇ ਵਿੱਚ ਗਿਆ। ਕਮਰੇ ਵਿੱਚ ਨਵਦੀਪ ਰਵੀ ਦੇ ਕੰਨ ਭਰਨ ਵਾਸਤੇ ਤਿਆਰ ਬੈਠੀ ਸੀ। ਉਸਦੇ ਵਾਲ ਖਿਲਰੇ ਹੋਏ ਸੀ ਅਤੇ ਉਹ ਬਹੁਤ ਗੁੱਸੇ ਵਿੱਚ ਸੀ। ਇਹ ਹਾਲਤ ਦੇਖ ਕੇ ਰਵੀ ਨੇ ਪੁੱਛਿਆ, ਨਵਦੀਪ ਇਹ ਕੀ ਹਾਲਤ ਬਣਾ ਕੇ ਰੱਖੀ ਹੋਈ ਹੈ ਅਤੇ ਇਸ ਤਰ੍ਹਾਂ ਕਿਉਂ ਬੈਠੀ ਹੋਈ ਏ? ਅੱਜ ਮਾਂ ਦੇ ਨਾਲ ਫਿਰ ਤੋਂ ਲੜਾਈ ਹੋਈ ਹੈ? ਹੋਰ ਨਹੀਂ ਤਾਂ ਕੀ ਤੁਹਾਡੀ ਮਾਂ ਢੰਗ ਦੇ ਨਾਲ ਗੱਲ ਕਦੋਂ ਕਰਦੀ ਹੈ ਮੇਰੇ ਨਾਲ? ਨਵਦੀਪ ਨੇ ਦੁਪਹਿਰ ਵਾਲੀ ਸਾਰੀ ਗੱਲ ਆਪਣੇ ਪਤੀ ਨੂੰ ਮਿਰਚ ਮਸਾਲਾ ਲਗਾ ਕੇ ਦੱਸ ਦਿੱਤੀ ਅਤੇ ਖੁਦ ਸਰਾਫਤ ਦੀ ਮੂਰਤ ਬਣ ਕੇ ਰੋਣ ਲੱਗ ਪਈ। ਰਵੀ ਵੀ ਹੁਣ ਉਸ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਸਨੇ ਇਹ ਫੈਸਲਾ ਕਰ ਲਿਆ ਕਿ ਕੱਲ ਅਸੀਂ ਇਹ ਘਰ ਛੱਡ ਕੇ ਚਲੇ ਜਾਵਾਂਗੇ। ਇਹ ਗੱਲ ਸੁਣਦੇ ਹੀ ਨਵਦੀਪ ਦੇ ਚਿਹਰੇ ਉੱਤੋਂ ਉਦਾਸੀ ਅਤੇ ਅੱਖਾਂ ਵਿੱਚੋਂ ਅੱਥਰੂ ਗਾਇਬ ਹੋ ਗਏ। ਅਗਲੇ ਦਿਨ ਸਵੇਰੇ ਰਵੀ ਜਲਦੀ ਹੀ ਘਰੋਂ ਨਿਕਲ ਗਿਆ ਅਤੇ ਨਵਦੀਪ ਨੇ ਆਪਣੀ ਮਾਂ ਨੂੰ ਰਾਤ ਵਾਲੀ ਸਾਰੀ ਗੱਲ ਦੱਸ ਦਿੱਤੀ। ਦੁਪਹਿਰ ਨੂੰ ਰਵੀ ਘਰ ਆਇਆ ਅਤੇ ਆਉਂਦਿਆਂ ਹੀ ਆਪਣੀ ਮਾਂ ਨੂੰ ਕਿਹਾ, ਮਾਂ ਮੈਂ ਕਿਰਾਏ ਤੇ ਘਰ ਦੇਖ ਲਿਆ ਹੈ, ਹੁਣ ਮੈਂ ਤੇ ਨਵਦੀਪ ਉਸੇ ਘਰ ਦੇ ਵਿੱਚ ਰਹਾਂਗੇ। ਸੁਰਿੰਦਰ ਜੀ ਨੂੰ ਇਸ ਗੱਲ ਦਾ ਸ਼ੱਕ ਤਾਂ ਪਹਿਲਾਂ ਹੀ ਸੀ, ਇਸ ਕਰਕੇ ਉਹ ਜ਼ਿਆਦਾ ਹੈਰਾਨ ਨਹੀਂ ਹੋਈ ਅਤੇ ਬੜੇ ਦੁੱਖ ਦੇ ਨਾਲ ਸਿਰਫ ਇਹੋ ਬੋਲੀ ਕਿ ਆਪਣੇ ਪਿਤਾ ਜੀ ਨੂੰ ਘਰ ਆਣ ਦਿਓ ਅਤੇ ਫਿਰ ਗੱਲ ਕਰਕੇ ਚਲੇ ਜਾਇਓ। ਨਹੀਂ ਮਾਂ, ਹੁਣ ਮੈਂ ਕਿਸੇ ਦਾ ਵੀ ਇੰਤਜ਼ਾਰ ਕਰ ਨਹੀਂ ਸਕਦਾ। ਹਰ ਦਿਨ ਦੇ ਲੜਾਈਆਂ ਝਗੜਿਆਂ ਨਾਲੋਂ ਵਧੀਆ ਹੈ ਕਿ ਮੈਂ ਚੈਨ ਦੇ ਨਾਲ ਆਪਣਾ ਜੀਵਨ ਬਤੀਤ ਕਰਾਂ। ਠੀਕ ਹੈ ਪੁੱਤਰ, ਮੈਂ ਤੈਨੂੰ ਨਹੀਂ ਰੋਕਾਂਗੀ,
ਕਿਉਂਕਿ ਹੁਣ ਤੂੰ ਕੋਈ ਬੱਚਾ ਨਹੀਂ। ਤੈਨੂੰ ਜਿਸ ਤਰ੍ਹਾਂ ਠੀਕ ਲੱਗੇ ਉਸੇ ਤਰ੍ਹਾਂ ਕਰਨਾ ਅਤੇ ਜਿੰਨੇ ਵੀ ਸਮਾਨ ਦੀ ਤੈਨੂੰ ਜ਼ਰੂਰਤ ਹੈ ਉਹ ਤੂੰ ਲੈ ਕੇ ਜਾ ਸਕਦਾ ਹੈ। ਵੈਸੇ ਵੀ ਇਹ ਸਾਰਾ ਕੁਝ ਤੇਰਾ ਹੀ ਤਾਂ ਹੈ। ਇਹ ਕਹਿੰਦੇ ਹੋਏ ਸੁਰਿੰਦਰ ਜੀ ਦੀ ਆਵਾਜ਼ ਕੰਬਣ ਲੱਗੀ ਅਤੇ ਦਿਲ ਦਾ ਦਰਦ ਅੱਥਰੂਆਂ ਦੇ ਰਾਹੀਂ ਬਾਹਰ ਆ ਗਿਆ। ਕੁਝ ਦੇਰ ਬਾਅਦ ਰਵੀ ਜਾ ਕੇ ਇੱਕ ਟਰੱਕ ਅਤੇ ਮਜ਼ਦੂਰ ਲੈ ਆਇਆ। 1 ਘੰਟੇ ਦੇ ਵਿੱਚ ਹੀ ਸਾਰਾ ਸਮਾਨ ਟਰੱਕ ਵਿੱਚ ਪਾ ਦਿੱਤਾ ਅਤੇ ਟਰੱਕ ਦੇ ਪਿੱਛੇ ਪਿੱਛੇ ਰਵੀ ਅਤੇ ਨਵਦੀਪ ਆਪਣੀ ਕਾਰ ਦੇ ਵਿੱਚ ਬੈਠ ਕੇ ਚਲੇ ਗਏ। ਦੋਵਾਂ ਨੇ ਜਾਣ ਤੋਂ ਪਹਿਲਾਂ ਆਪਣੇ ਮਾਂ ਅਤੇ ਪਿਤਾ ਦੇ ਨਾਲ ਮਿਲਣਾ ਜ਼ਰੂਰੀ ਨਹੀਂ ਸਮਝਿਆ। ਇੱਧਰ ਕਮਰੇ ਵਿੱਚ ਬੈਠੀ ਸੁਰਿੰਦਰ ਜੀ ਕਮਰੇ ਦੀ ਖਿੜਕੀ ਵਿੱਚੋਂ ਉਹਨਾਂ ਨੂੰ ਜਾਂਦਿਆਂ ਹੋਇਆਂ ਦੇਖ ਰਹੀ ਸੀ। ਥੋੜੀ ਦੇਰ ਬਾਅਦ ਜਦੋਂ ਸੁਰਿੰਦਰ ਜੀ ਦਾ ਪਤੀ ਘਰ ਆਇਆ ਤਾਂ ਘਰ ਖਾਲੀ ਦੇਖ ਕੇ ਉਹਨਾਂ ਨੂੰ ਬੜੀ ਹੈਰਾਨਗੀ ਹੋਈ। ਸੁਰਿੰਦਰ, ਘਰ ਦਾ ਸਮਾਨ ਕਿੱਥੇ ਚਲਾ ਗਿਆ? ਨਵਦੀਪ ਵੀ ਕਿਤੇ ਦਿਖਾਈ ਨਹੀਂ ਦੇ ਰਹੀ। ਕਿ ਰਵੀ ਅਜੇ ਤੱਕ ਆਫਿਸ ਤੋਂ ਵਾਪਸ ਨਹੀਂ ਆਇਆ? ਸੁਰਿੰਦਰ, ਮੈਂ ਤੇਰੇ ਨਾਲ ਗੱਲ ਕਰ ਰਿਹਾ ਹਾਂ। ਹਾਂਜੀ, ਕੀ ਕਿਹਾ ਤੁਸੀਂ? ਸੁਰਿੰਦਰ ਜੀ ਆਪਣੇ ਖਿਆਲਾਂ ਵਿੱਚੋਂ ਬਾਹਰ ਆਈ। ਇਹ ਸਭ ਕੁਝ ਕੀ ਹੈ ਸੁਰਿੰਦਰ? ਮੋਹਨ ਜੀ ਦੁਆਰਾ ਇਹ ਪ੍ਰਸ਼ਨ ਪੁੱਛੇ ਜਾਣ ਤੇ ਸੁਰਿੰਦਰ ਆਪਣੇ ਪਤੀ ਦੇ ਗਲ ਲੱਗ ਕੇ ਰੋਣ ਲੱਗ ਪਈ। ਹੁਣ ਮੋਹਨ ਜੀ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ। ਉਹਨਾਂ ਨੂੰ ਦੁੱਖ ਤਾਂ ਬਹੁਤ ਹੋਇਆ, ਪਰ ਹਰ ਦਿਨ ਲੜਾਈਆਂ ਨਾਲੋਂ ਚੰਗਾ ਕਿ ਦੋਨਾਂ ਘਰਾਂ ਵਿੱਚ ਸ਼ਾਂਤੀ ਰਹੇ। ਇਹ ਕਹਿ ਕੇ ਮੋਹਨ ਜੀ ਨੇ ਆਪਣੇ ਆਪ ਨੂੰ ਅਤੇ ਆਪਣੀ ਪਤਨੀ ਨੂੰ ਹੌਸਲਾ ਦਿੱਤਾ। ਉਸ ਰਾਤ ਦੋਨੋਂ ਪਤੀ ਪਤਨੀ ਨੇ ਰਾਤ ਦੀ ਰੋਟੀ ਨਹੀਂ ਖਾਧੀ, ਪਰ ਹੌਲੀ-ਹੌਲੀ ਉਹਨਾਂ ਨੇ ਆਪਣੇ ਮਨ ਨੂੰ ਸਮਝਾ ਲਿਆ ਸੀ। ਦਿਨ ਬੀਤਣ ਲੱਗੇ। ਰਵੀ ਅਤੇ ਨਵਦੀਪ ਨੂੰ ਘਰੋਂ ਗਿਆ ਨੂੰ 1 ਸਾਲ ਹੋ ਚੁੱਕਾ ਸੀ। ਦੀਵਾਲੀ ਤੋਂ 10 ਦਿਨ ਬਾਅਦ ਹੀ ਦੋਵਾਂ ਨੇ ਘਰ ਛੱਡਿਆ ਸੀ। ਹੁਣ ਫੇਰ ਦੀਵਾਲੀ ਦਾ ਤਿਉਹਾਰ ਆਇਆ ਅਤੇ ਹਰ ਘਰ ਦੇ ਵਿੱਚ ਦੀਵਾਲੀ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਸੀ। ਦੀਵੇ ਜਗਾਏ ਜਾ ਰਹੇ ਸੀ, ਪਰ ਮੋਹਨ ਜੀ ਅਤੇ ਸੁਰਿੰਦਰ ਜੀ ਦੇ ਦਿਲ ਵਿੱਚ ਕੋਈ ਵੀ ਉਤਸ਼ਾਹ ਨਹੀਂ ਸੀ। ਉਹ ਦੋਵੇਂ ਉਦਾਸ ਬੈਠੇ ਆਪਣੇ ਗੁਜ਼ਰ ਚੁੱਕੇ ਦਿਨਾਂ ਦੀਆਂ ਯਾਦਾਂ ਵਿੱਚ ਗਵਾਚੇ ਹੋਏ ਸੀ। ਉਸ ਰਾਤ ਸੁਰਿੰਦਰ ਜੀ ਨੇ ਸਿਰਫ ਇੱਕੋ ਦੀਵਾ ਜਗਾ ਕੇ ਆਪਣੇ ਵਿਹੜੇ ਦੇ ਵਿੱਚ ਰੱਖ ਦਿੱਤਾ ਸੀ। ਦੀਵਾਲੀ ਤੋਂ ਅਗਲੇ ਦਿਨ ਜਦੋਂ ਸੁਰਿੰਦਰ ਜੀ ਗੁਰਦੁਆਰੇ ਜਾ ਰਹੀ ਸੀ ਤਾਂ ਇੱਕ ਅਣਜਾਣ ਔਰਤ ਦਾ ਫੋਨ ਆਇਆ। ਪਹਿਲਾਂ ਤਾਂ ਉਸ ਅਣਜਾਣ ਔਰਤ ਨੇ ਸੁਰਿੰਦਰ ਜੀ ਨੂੰ ਫਤਿਹ ਬੁਲਾਈ, ਫਿਰ ਦੱਸਿਆ ਕਿ ਉਹ ਬਹੁਤ ਹੀ ਜਲਦ ਦਾਦੀ ਬਣਨ ਵਾਲੀ ਹੈ। ਇਹ ਸੁਣ ਕੇ ਸੁਰਿੰਦਰ ਜੀ ਨੇ ਹੈਰਾਨੀ ਨਾਲ ਪੁੱਛਿਆ, ਪਰ ਤੁਸੀਂ ਕੌਣ ਹੋ ਅਤੇ ਇਹ ਤੁਹਾਨੂੰ ਕਿਵੇਂ ਪਤਾ ਹੈ? ਉਸ ਔਰਤ ਨੇ ਦੱਸਿਆ ਕਿ ਨਵਦੀਪ ਅਤੇ ਰਵੀ ਮੇਰੇ ਹੀ ਮਕਾਨ ਵਿੱਚ ਰਹਿੰਦੇ ਨੇ। ਅੱਜ ਨਵਦੀਪ ਦੀ ਸਿਹਤ ਅਚਾਨਕ ਖਰਾਬ ਹੋ ਗਈ ਸੀ। ਅਸੀਂ ਉਸ ਨੂੰ ਕਾਰ ਦੇ ਵਿੱਚ ਬਿਠਾ ਕੇ ਹਸਪਤਾਲ ਲੈ ਆਏ ਹਾਂ, ਕਿਉਂਕਿ ਰਵੀ ਕੰਪਨੀ ਦੇ ਕੰਮ ਵਾਸਤੇ 1 ਹਫ਼ਤੇ ਲਈ ਦੇਸ਼ ਤੋਂ ਬਾਹਰ ਗਿਆ ਹੋਇਆ ਹੈ। ਨਵਦੀਪ ਦੀ ਡਿਲੀਵਰੀ ਹੋਣ ਵਾਲੀ ਹੈ, ਇਸ ਲਈ ਅਸੀਂ ਰਵੀ ਕੋਲੋਂ ਤੁਹਾਡਾ ਨੰਬਰ ਲਿਆ ਸੀ। ਸੁਰਿੰਦਰ ਜੀ ਨੇ ਉਸ ਔਰਤ ਨੂੰ ਪੁੱਛਿਆ ਕਿ ਉਹ ਕਿਸ ਹਸਪਤਾਲ ਦੇ ਵਿੱਚ ਗਏ ਨੇ, ਤਾਂ ਉਸਨੇ ਕਿਹਾ ਪੱਟੀ ਹਸਪਤਾਲ ਦੇ ਵਿੱਚ, ਅਤੇ ਉਸਨੇ ਹਸਪਤਾਲ ਦਾ ਪਤਾ WhatsApp ਤੇ ਮੈਸੇਜ ਕਰਕੇ ਭੇਜ ਦਿੱਤਾ। ਸੁਰਿੰਦਰ ਜੀ ਹੁਣ ਜਲਦੀ ਨਾਲ ਹਸਪਤਾਲ ਜਾਣ ਦੀ ਤਿਆਰੀ ਕਰਨ ਲੱਗੇ ਅਤੇ ਇੱਕ ਬੈਗ ਦੇ ਵਿੱਚ ਕੁਝ ਜ਼ਰੂਰੀ ਸਮਾਨ ਰੱਖਿਆ। ਅਲਮਾਰੀ ਵਿੱਚੋਂ ਥੋੜੇ ਪੈਸੇ ਲਏ ਅਤੇ ਘਰ ਨੂੰ ਤਾਲਾ ਲਗਾ ਕੇ ਚਲੀ ਗਈ। ਹਸਪਤਾਲ ਪਹੁੰਚ ਕੇ ਜਦੋਂ ਸੁਰਿੰਦਰ ਜੀ ਨੇ ਨਵਦੀਪ ਦੀ ਸਿਹਤ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਬੱਚਾ ਪ੍ਰੀ ਮੈਚੁਰ ਹੈ, ਇਸ ਲਈ ਆਪਰੇਸ਼ਨ ਕਰਨਾ ਪਵੇਗਾ। ਜਦੋਂ ਸੁਰਿੰਦਰ ਜੀ ਡਾਕਟਰ ਨਾਲ ਗੱਲ ਕਰ ਰਹੀ ਸੀ ਉਸ ਵਕਤ ਰਵੀ ਦੇ ਮਕਾਨ ਮਾਲਕ ਵੀ ਉੱਥੇ ਹੀ ਖੜੇ ਸੀ। ਉਹ ਸਮਝ ਗਏ ਕਿ ਇਹ ਔਰਤ ਰਵੀ ਦੀ ਮਾਂ ਹੈ। ਉਹਨਾਂ ਨੇ ਹੱਥ ਜੋੜ ਕੇ ਸੁਰਿੰਦਰ ਜੀ ਨੂੰ ਫਤਿਹ ਬੁਲਾਈ ਅਤੇ ਸੁਰਿੰਦਰ ਜੀ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਕਿ ਅਜਿਹੀ ਹਾਲਤ ਦੇ ਵਿੱਚ ਉਹਨਾਂ ਨੇ ਉਸ ਦੀ ਨੂੰਹ ਦੀ ਮਦਦ ਕੀਤੀ ਸੀ। ਉਸੇ ਵਕਤ ਆਪਰੇਸ਼ਨ ਥੀਏਟਰ ਦੇ ਵਿੱਚੋਂ ਇੱਕ ਨਰਸ ਨੇ ਆ ਕੇ ਆਵਾਜ਼ ਦਿੱਤੀ, ਨਵਦੀਪ ਦੇ ਨਾਲ ਕੌਣ ਹੈ? ਕਿਉਂਕਿ ਡਾਕਟਰ ਨੇ ਫਾਰਮ ਦੇ ਉੱਪਰ ਸਾਈਨ ਕਰਵਾਉਣੇ ਸੀ।
ਅਤੇ ਆਪਰੇਸ਼ਨ ਦੀ ਫੀਸ ਜਮ੍ਹਾਂ ਕਰਵਾਉਣ ਦੇ ਲਈ ਬੁਲਾਇਆ ਸੀ। ਸੁਰਿੰਦਰ ਜੀ ਉਸ ਨਰਸ ਦੇ ਨਾਲ ਡਾਕਟਰ ਦੇ ਕਮਰੇ ਵਿੱਚ ਚਲੀ ਗਈ। ਉਹਨਾਂ ਨੇ ਜਾ ਕੇ ਦੱਸਿਆ ਕਿ ਮੈਂ ਨਵਦੀਪ ਦੀ ਸੱਸ ਹਾਂ ਅਤੇ ਆਪਰੇਸ਼ਨ ਦੀ ਫੀਸ ਜਮ੍ਹਾਂ ਕਰਵਾਉਣ ਵਾਸਤੇ ਆਈ ਹਾਂ। ਪਹਿਲਾਂ ਤਾਂ ਡਾਕਟਰ ਨੇ ਇੱਕ ਫਾਰਮ ਦੇ ਉੱਪਰ ਸੁਰਿੰਦਰ ਜੀ ਦੇ ਦਸਤਖਤ ਕਰਵਾਏ ਤੇ ਫਿਰ ਆਪਰੇਸ਼ਨ ਦੇ ਲਈ 40,000 ਜਮ੍ਹਾਂ ਕਰਵਾਉਣ ਦੇ ਵਾਸਤੇ ਕਿਹਾ, ਪਰ ਸੁਰਿੰਦਰ ਜੀ ਕੋਲ ਐਨੇ ਪੈਸੇ ਨਹੀਂ ਸੀ। ਉਹ ਬੋਲੀ, ਡਾਕਟਰ ਸਾਹਿਬਾ, ਅਜੇ ਤੇ ਮੇਰੇ ਕੋਲ ਸਿਰਫ 20,000 ਰੁਪਏ ਨੇ, ਤੁਸੀਂ ਇਹ ਰੱਖ ਲਓ, ਬਾਕੀ ਦੇ ਪੈਸੇ ਮੈਂ ਆਪਣੇ ਪਤੀ ਨੂੰ ਫੋਨ ਕਰਕੇ ਮੰਗਵਾ ਲਵਾਂਗੀ, ਤਦ ਤੱਕ ਤੁਸੀਂ ਆਪਰੇਸ਼ਨ ਸ਼ੁਰੂ ਕਰੋ। ਨਾਲ ਹੀ ਇਹ ਵੀ ਕਿਹਾ ਕਿ ਮਾਂ ਅਤੇ ਬੱਚਾ ਬਿਲਕੁਲ ਠੀਕ ਠਾਕ ਹੋਣੇ ਚਾਹੀਦੇ ਨੇ, ਫਿਕਰ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਸਭ ਕੁਝ ਠੀਕ ਹੋ ਜਾਵੇਗਾ। ਤੁਸੀਂ ਇੱਕ ਕੰਮ ਕਰੋ, ਇਹ ਪੈਸੇ ਰਿਸੈਪਸ਼ਨ ਦੇ ਉੱਪਰ ਜਮ੍ਹਾਂ ਕਰਵਾ ਦੇਵੋ ਅਤੇ ਉੱਥੋਂ ਰਸੀਦ ਲੈ ਲਵੋ। ਡਾਕਟਰ ਨੂੰ ਮਿਲ ਕੇ ਸੁਰਿੰਦਰ ਜੀ ਨੇ ਪੈਸੇ ਰਿਸੈਪਸ਼ਨ ਤੇ ਜਮ੍ਹਾਂ ਕਰਵਾ ਦਿੱਤੇ ਅਤੇ ਨਾਲ ਹੀ ਆਪਣੇ ਪਤੀ ਮੋਹਨ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਸੁਰਿੰਦਰ ਨੇ ਨਵਦੀਪ ਦੀ ਮਾਂ ਨੂੰ ਵੀ ਫੋਨ ਕਰਕੇ ਸਾਰੀ ਜਾਣਕਾਰੀ ਦੇ ਦਿੱਤੀ। ਕੁਝ ਹੀ ਸਮੇਂ ਬਾਅਦ ਮੋਹਨ ਜੀ ਬਾਕੀ ਦੇ ਪੈਸੇ ਲੈ ਕੇ ਹਸਪਤਾਲ ਪਹੁੰਚ ਗਏ ਅਤੇ ਉਹ ਦੋਨੋਂ ਆਪਰੇਸ਼ਨ ਥੀਏਟਰ ਦੇ ਬਾਹਰ ਇੱਕ ਬੈਂਚ ਤੇ ਬੈਠ ਕੇ ਇੰਤਜ਼ਾਰ ਕਰਨ ਲੱਗੇ। ਕੁਝ ਹੀ ਦੇਰ ਬਾਅਦ ਇੱਕ ਨਰਸ ਸੁਰਿੰਦਰ ਜੀ ਦੇ ਕੋਲ ਆਈ ਅਤੇ ਪੁੱਛਣ ਲੱਗੀ, ਨਵਦੀਪ ਦੇ ਨਾਲ ਕੌਣ ਆਇਆ ਹੈ? ਸੁਰਿੰਦਰ ਜੀ ਨੇ ਕਿਹਾ, ਮੈਂ ਨਵਦੀਪ ਦੇ ਨਾਲ ਆਈ ਹਾਂ। ਵਧਾਈ ਹੋਵੇ, ਬੇਟੀ ਹੋਈ ਹੈ, ਨਰਸ ਨੇ ਕਿਹਾ ਤੇ ਨਰਸ ਨੇ ਦੱਸਿਆ ਕਿ ਬੱਚਾ ਅਤੇ ਮਾਂ ਦੋਨੋਂ ਠੀਕ ਨੇ। ਉਸੇ ਵਕਤ ਇੱਕ ਦੂਸਰੀ ਨਰਸ ਬੱਚੀ ਨੂੰ ਬਾਹਰ ਲੈ ਕੇ ਆਈ ਅਤੇ ਸੁਰਿੰਦਰ ਜੀ ਨੂੰ ਬੱਚੀ ਦੇ ਦਿੱਤੀ। ਦਾਦਾ ਦਾਦੀ ਨੇ ਬੜੇ ਪਿਆਰ ਦੇ ਨਾਲ ਆਪਣੀ ਪੋਤੀ ਨੂੰ ਦੇਖਿਆ ਅਤੇ ਗੋਦੀ ਵਿੱਚ ਚੁੱਕ ਲਿਆ, ਫਿਰ ਉਸ ਦਾ ਮੱਥਾ ਚੁੰਮਿਆ। ਸੁਰਿੰਦਰ ਜੀ ਨੇ ਆਪਣੇ ਪਤੀ ਮੋਹਨ ਨੂੰ ਇਸ਼ਾਰਾ ਕੀਤਾ ਤਾਂ ਮੋਹਨ ਜੀ ਨੇ 500 ਰੁਪਏ ਦਾ ਨੋਟ ਕੱਢ ਕੇ ਨਰਸ ਨੂੰ ਦਿੰਦੇ ਹੋਏ ਕਿਹਾ, ਸਾਡੇ ਵੱਲੋਂ ਤੁਹਾਨੂੰ ਵਧਾਈ ਹੋਵੇ। ਕੁਝ ਦੇਰ ਬਾਅਦ ਨਵਦੀਪ ਨੂੰ ਵੀ ਸਟੈਚਰ ਦੇ ਉੱਤੇ ਲਿਟਾ ਕੇ ਵਾਰਡ ਦੇ ਵਿੱਚ ਲੈ ਆਂਦਾ ਗਿਆ। ਉਹ ਉਸ ਵਕਤ ਬੇਹੋਸ਼ ਪਈ ਸੀ। ਕੋਲ ਹੀ ਪਏ ਪੰਘੂੜੇ ਦੇ ਵਿੱਚ ਬੱਚੀ ਨੂੰ ਲਿਟਾ ਦਿੱਤਾ ਗਿਆ। ਸੁਰਿੰਦਰ ਜੀ ਉੱਥੇ ਹੀ ਕੋਲ ਪਏ ਬੈਂਚ ਤੇ ਬੈਠ ਕੇ ਕਦੀ ਆਪਣੀ ਨੂੰਹ ਵੱਲ ਦੇਖਦੀ, ਕਦੀ ਪੋਤੀ ਵੱਲ। 1 ਘੰਟੇ ਬਾਅਦ ਜਦੋਂ ਨਵਦੀਪ ਨੂੰ ਹੋਸ਼ ਆਇਆ ਅਤੇ ਉਸਨੇ ਦੇਖਿਆ ਕਿ ਉਸਦੀ ਸੱਸ ਉਸਦੇ ਕੋਲ ਬੈਠੀ ਸੀ ਅਤੇ ਬੱਚਾ ਉਸਨੇ ਗੋਦੀ ਦੇ ਵਿੱਚ ਚੁੱਕਿਆ ਹੋਇਆ ਸੀ। ਵਧਾਈ ਹੋਵੇ ਧੀਏ, ਬੇਟੀ ਹੋਈ ਹੈ, ਬਿਲਕੁਲ ਤੇਰੇ ਵਰਗੀ ਹੈ। ਸੁਰਿੰਦਰ ਜੀ ਨੇ ਮੁਸਕਰਾਉਂਦੇ ਹੋਏ ਨਵਦੀਪ ਦੇ ਸਿਰ ਉੱਤੇ ਹੱਥ ਰੱਖ ਕੇ ਉਸਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਨਵਦੀਪ ਨੂੰ ਵੀ ਬਹੁਤ ਵਧੀਆ ਲੱਗਿਆ। ਉਸ ਵੇਲੇ ਮਕਾਨ ਮਾਲਕ ਵੀ ਉੱਥੇ ਆ ਗਏ। ਸੁਰਿੰਦਰ ਜੀ ਕੁਝ ਦੇਰ ਦੇ ਵਾਸਤੇ ਮਾਂ ਅਤੇ ਬੱਚੇ ਦਾ ਉਹਨਾਂ ਨੂੰ ਖਿਆਲ ਰੱਖਣ ਦਾ ਕਹਿ ਕੇ ਸਮਾਨ ਲੈਣ ਵਾਸਤੇ ਬਾਹਰ ਚਲੀ ਗਈ। ਉਸ ਦੇ ਮਕਾਨ ਮਾਲਕ ਨੇ ਨਵਦੀਪ ਨੂੰ ਕਿਹਾ ਕਿ ਮੇਰੀ ਪਤਨੀ ਨੇ ਜਦੋਂ ਤੇਰੀ ਸੱਸ ਨੂੰ ਫੋਨ ਕਰਕੇ ਤੇਰੇ ਬਾਰੇ ਵਿੱਚ ਦੱਸਿਆ ਤਾਂ ਉਹ ਉਸੇ ਵਕਤ ਹਸਪਤਾਲ ਪਹੁੰਚ ਗਈ। ਉਹ ਤੇਰੀ ਬਹੁਤ ਫਿਕਰ ਕਰ ਰਹੀ ਸੀ, ਪਰ ਮੈਂ ਹੈਰਾਨ ਹਾਂ ਕਿ ਤੇਰੇ ਮੰਮੀ ਪਾਪਾ ਅਜੇ ਤੱਕ ਕਿਉਂ ਨਹੀਂ ਆਏ। ਇਹ ਸੁਣ ਕੇ ਨਵਦੀਪ ਸੋਚ ਵਿੱਚ ਪੈ ਗਈ। ਸ਼ਾਮ ਹੋ ਚੁੱਕੀ ਸੀ। ਸਾਰਾ ਦਿਨ ਸੁਰਿੰਦਰ ਜੀ ਨੇ ਕੁਝ ਨਹੀਂ ਖਾਧਾ ਸੀ। ਸਾਰੀ ਰਾਤ ਉਸਨੇ ਨਵਦੀਪ ਦੇ ਕੋਲ ਬੈਠ ਕੇ ਹੀ ਕੱਟੀ ਅਤੇ ਬੱਚੇ ਨੂੰ ਸੰਭਾਲਿਆ। ਅਗਲੇ ਦਿਨ ਜਦੋਂ ਸਵੇਰੇ ਮੋਹਨ ਜੀ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਹਸਪਤਾਲ ਲੈ ਕੇ ਆਏ ਤਾਂ ਉਹਨਾਂ ਨੇ ਚਾਹ 2 ਕੱਪਾਂ ਵਿੱਚ ਪਾ ਕੇ ਸੁਰਿੰਦਰ ਅਤੇ ਆਪਣੀ ਨੂੰਹ ਨਵਦੀਪ ਨੂੰ ਦਿੱਤੀ। ਸੁਰਿੰਦਰ, ਹੁਣ ਤੂੰ ਘਰ ਜਾ, ਮੈਂ ਇੱਥੇ ਬੈਠਦਾ ਹਾਂ। ਕੱਲ ਤੋਂ ਤੂੰ ਰੋਟੀ ਵੀ ਨਹੀਂ ਖਾਧੀ, ਘਰ ਜਾ ਕੇ ਕੁਝ ਖਾਣ ਲਈ ਬਣਾ ਲੈ ਅਤੇ ਨਵਦੀਪ ਵਾਸਤੇ ਵੀ ਕੁਝ ਹਲਕਾ ਫੁਲਕਾ ਬਣਾ ਕੇ ਲੈ ਆਵੀਂ। ਮੈਂ ਹੁਣ ਇੱਥੇ ਹੀ ਹਾਂ, ਇਹਨਾਂ ਦਾ ਧਿਆਨ ਮੈਂ ਰੱਖ ਲਵਾਂਗਾ। ਮੈਂ ਆਪਣੇ ਆਫਿਸ ਦੇ ਵਿੱਚ ਫੋਨ ਕਰਕੇ ਛੁੱਟੀ ਲੈ ਲਈ ਹੈ। ਸੁਰਿੰਦਰ ਜੀ ਆਪਣੇ ਪਤੀ ਨੂੰ ਕੁਝ ਹਦਾਇਤਾਂ ਦੇ ਕੇ ਘਰ ਚਲੀ ਗਈ ਅਤੇ ਮੋਹਨ ਜੀ ਉੱਥੇ ਬੈਂਚ ਤੇ ਬੈਠ ਗਏ ਤੇ ਫਿਰ 1 ਘੰਟੇ ਦੇ ਬਾਅਦ ਉਹਨਾਂ ਨੇ ਨਵਦੀਪ ਨੂੰ ਕਿਹਾ, ਪੁੱਤਰ, ਮੈਂ ਜਰਾ ਬਾਹਰ ਬੈਠਦਾ ਹਾਂ, ਅਗਰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਨਰਸ ਨੂੰ ਕਹਿ ਦੇਵੀਂ।
ਐਨਾ ਕਹਿ ਕੇ ਮੋਹਨ ਜੀ ਕਮਰੇ ਤੋਂ ਬਾਹਰ ਚਲੇ ਗਏ। ਨਵਦੀਪ ਦੇ ਬੈੱਡ ਦੇ ਕੋਲ ਇੱਕ ਹੋਰ ਔਰਤ ਲੇਟੀ ਹੋਈ ਸੀ। ਉਸਦੀ ਦੇਖਭਾਲ ਵਾਸਤੇ ਉਸਦੀ ਮਾਂ ਉਸਦੇ ਕੋਲ ਸੀ। ਜਦੋਂ ਮੋਹਨ ਜੀ ਵਾਰਡ ਦੇ ਵਿੱਚੋਂ ਬਾਹਰ ਚਲੇ ਗਏ ਤਾਂ ਉਸ ਔਰਤ ਨੇ ਨਵਦੀਪ ਨੂੰ ਕਿਹਾ, ਤੁਹਾਡੇ ਮੰਮੀ ਪਾਪਾ ਦਾ ਸੁਭਾਅ ਬਹੁਤ ਚੰਗਾ ਹੈ, ਖਾਸ ਕਰਕੇ ਤੁਹਾਡੀ ਮੰਮੀ ਦਾ ਸੁਭਾਅ ਤਾਂ ਲਾਜਵਾਬ ਹੈ। ਸਾਰੀ ਰਾਤ ਉਹਨਾਂ ਨੇ ਜਾਗ ਕੇ ਤੇਰੀ ਸੇਵਾ ਕੀਤੀ ਹੈ, ਇੱਕ ਵੀ ਪਲ ਸੌਂ ਕੇ ਨਹੀਂ ਵੇਖਿਆ। ਨਵਦੀਪ ਬੋਲੀ, ਇਹ ਦੋਨੋਂ ਮੇਰੇ ਮੰਮੀ ਪਾਪਾ ਨਹੀਂ ਨੇ, ਇਹ ਮੇਰੇ ਸੱਸ ਸਹੁਰਾ ਨੇ। ਇਹ ਸੁਣ ਕੇ ਉਹ ਔਰਤ ਹੈਰਾਨ ਹੋ ਗਈ ਅਤੇ ਨਵਦੀਪ ਨੂੰ ਕਹਿਣ ਲੱਗੀ ਕਿ ਕੋਈ ਸੱਸ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਜੋ ਬਿਨਾਂ ਕੁਝ ਖਾਧੇ ਪੀਤੇ ਕੱਲ ਦੀ ਤੇਰੀ ਸੇਵਾ ਕਰ ਰਹੀ ਹੈ। ਉਸ ਦੀ ਇੱਕ ਵੀ ਮਿੰਟ ਨਜ਼ਰ ਤੁਹਾਡੇ ਦੋਵਾਂ ਤੋਂ ਇੱਧਰ ਉੱਧਰ ਨਹੀਂ ਹਟੀ। ਧੀਏ, ਤੂੰ ਤਾਂ ਬੜੀ ਖੁਸ਼ ਨਸੀਬ ਹੈ ਜੋ ਤੈਨੂੰ ਅਜਿਹੇ ਸਹੁਰੇ ਮਿਲੇ ਨੇ। ਵਾਰਡ ਦੇ ਵਿੱਚ ਬੈਠੇ ਸਾਰੇ ਲੋਕ ਇਹੀ ਸੋਚ ਰਹੇ ਸੀ ਕਿ ਇਹ ਤੇਰੇ ਮੰਮੀ ਪਾਪਾ ਨੇ। ਕੋਈ ਵੀ ਸੱਸ ਆਪਣੀ ਨੂੰਹ ਦੀ ਇੰਨੀ ਸੇਵਾ ਕਿਵੇਂ ਕਰ ਸਕਦੀ ਹੈ, ਇਹ ਮੈਂ ਅੱਜ ਪਹਿਲੀ ਵਾਰ ਵੇਖਿਆ ਹੈ। ਅਗਰ ਹਰ ਸੱਸ ਤੇਰੀ ਸੱਸ ਦੀ ਤਰ੍ਹਾਂ ਬਣ ਜਾਵੇ ਤਾਂ ਕੋਈ ਵੀ ਨੂੰਹ ਸੜ ਕੇ ਨਹੀਂ ਮਰੇਗੀ, ਕੋਈ ਵੀ ਨੂੰਹ ਜ਼ਹਿਰ ਖਾ ਕੇ ਨਹੀਂ ਮਰੇਗੀ, ਕੋਈ ਵੀ ਨੂੰਹ ਆਪਣੀ ਜਾਨ ਨਹੀਂ ਦੇਵੇਗੀ। ਧੀਏ, ਮੈਂ ਸਿਰਫ ਇੰਨਾ ਹੀ ਕਹਾਂਗੀ ਕਿ ਤੂੰ ਆਪਣੀ ਸੱਸ ਨੂੰ ਕੋਈ ਤਕਲੀਫ ਨਾ ਦੇਵੀਂ, ਨਾ ਹੀ ਕਦੀ ਉਹਨਾਂ ਨਾਲ ਗਲਤ ਕਰੀ ਅਤੇ ਬੁਢਾਪੇ ਦੇ ਵਿੱਚ ਦਿਲ ਲਗਾ ਕੇ ਉਹਨਾਂ ਦੀ ਸੇਵਾ ਕਰੀ ਤਾਂ ਇਹਨਾਂ ਦੀ ਆਤਮਾ ਤੈਨੂੰ ਜ਼ਰੂਰ ਅਸੀਸਾਂ ਦੇਵੇਗੀ। ਉਸ ਔਰਤ ਦੀਆਂ ਗੱਲਾਂ ਸੁਣ ਕੇ ਨਵਦੀਪ ਹੈਰਾਨ ਰਹਿ ਗਈ ਅਤੇ ਸੋਚਣ ਲੱਗੀ, ਠੀਕ ਹੀ ਕਿਹਾ ਸੀ ਆਂਟੀ ਨੇ, ਮੇਰੀ ਮਾਂ ਵੀ ਇੱਕ ਔਰਤ ਹੈ ਤੇ ਸੱਸ ਵੀ, ਪਰ ਦੋਵਾਂ ਵਿੱਚ ਕਿੰਨਾ ਫਰਕ ਹੈ। ਇੱਕ ਨੇ ਸਿਰਫ ਸ਼ਾਸਨ ਕਰਨਾ ਸਿਖਾਇਆ ਹੈ ਅਤੇ ਦੂਸਰੀ ਨੇ ਆਪਣਾ ਫਰਜ਼ ਨਿਭਾਉਣਾ। ਉਹ ਸੋਚ ਰਹੀ ਸੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੇਰਾ ਇੰਨਾ ਗਲਤ ਬੋਲਣ, ਘਰ ਛੱਡ ਕੇ ਜਾਣ ਤੇ ਵੀ ਮੇਰੀ ਸੱਸ ਨੇ ਮੇਰਾ ਕਿੰਨਾ ਖਿਆਲ ਰੱਖਿਆ, ਮੇਰੀ ਸੰਭਾਲ ਕੀਤੀ ਅਤੇ ਆਪਣਾ ਫਰਜ਼ ਪੂਰੇ ਦਿਲ ਨਾਲ ਨਿਭਾਇਆ ਹੈ। ਪੁੱਤਰ, ਚਾਹ ਪੀ ਲੈ। ਮੋਹਨ ਜੀ ਦੀ ਆਵਾਜ਼ ਸੁਣ ਕੇ ਨਵਦੀਪ ਦਾ ਧਿਆਨ ਟੁੱਟ ਗਿਆ ਅਤੇ ਉਹ ਬੜੇ ਧਿਆਨ ਦੇ ਨਾਲ ਆਪਣੇ ਸਹੁਰੇ ਵੱਲ ਵੇਖਣ ਲੱਗੀ। ਉਹ ਸੋਚਣ ਲੱਗੀ ਕਿ ਮੇਰੇ ਸਹੁਰੇ ਨੇ ਮੈਨੂੰ ਹਮੇਸ਼ਾ ਪੁੱਤਰ ਸ਼ਬਦ ਤੋਂ ਇਲਾਵਾ ਕਿਸੇ ਹੋਰ ਨਾਮ ਦੇ ਨਾਲ ਨਹੀਂ ਬੁਲਾਇਆ ਅਤੇ ਨਾ ਹੀ ਮੈਨੂੰ ਅੱਜ ਤੱਕ ਕਦੀ ਕੋਈ ਗਲਤ ਸ਼ਬਦ ਬੋਲਿਆ ਹੈ। ਇਹਨਾਂ ਦੇ ਨਾਲ ਗਲਤ ਵਿਵਹਾਰ ਕਰਕੇ ਮੈਂ ਆਪਣੇ ਪੈਰਾਂ ਦੇ ਉੱਪਰ ਖੁਦ ਹੀ ਕੁਹਾੜੀ ਮਾਰੀ ਹੈ। ਅੱਜ ਮੈਨੂੰ ਆਪਣੇ ਆਪ ਉੱਪਰ ਸ਼ਰਮ ਆ ਰਹੀ ਹੈ। ਇਹ ਸੋਚਦੇ ਸੋਚਦੇ ਨਵਦੀਪ ਨੂੰ ਆਪਣੇ ਸਹੁਰੇ ਮੋਹਨ ਦੀ ਆਵਾਜ਼ ਸੁਣਾਈ ਦਿੱਤੀ। ਦੇਖਿਆ ਤਾਂ ਉਹ ਕੋਲ ਵਾਲੀ ਆਂਟੀ ਨੂੰ ਕਹਿ ਰਹੇ ਸੀ, ਭੈਣ ਜੀ, ਤੁਹਾਨੂੰ ਤਕਲੀਫ ਦੇ ਰਿਹਾ ਹਾਂ, ਤੁਸੀਂ ਮੇਰੀ ਨੂੰਹ ਨੂੰ ਸਹਾਰਾ ਦੇ ਕੇ ਉੱਠਣ ਦੇ ਵਿੱਚ ਸਹਾਇਤਾ ਕਰੋਗੇ ਤਾਂ ਕਿ ਉਹ ਚਾਹ ਪੀ ਸਕੇ। ਉਹ ਔਰਤ ਉੱਠੀ ਅਤੇ ਉਸਨੇ ਨਵਦੀਪ ਦੀ ਸਹਾਇਤਾ ਕੀਤੀ। ਕੁਝ ਹੀ ਦੇਰ ਬਾਅਦ ਸੁਰਿੰਦਰ ਜੀ ਖਿਚੜੀ ਅਤੇ ਆਪਣੀ ਪੋਤੀ ਵਾਸਤੇ ਹੋਰ ਕੱਪੜੇ ਲੈ ਕੇ ਆ ਗਈ। ਨਵਦੀਪ ਨੂੰ ਆਰਾਮ ਨਾਲ ਬਿਠਾ ਕੇ ਚਮਚ ਨਾਲ ਖਿਚੜੀ ਉਸਦੇ ਮੂੰਹ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ। ਅੱਜ ਨਵਦੀਪ ਨੂੰ ਉਹੀ ਖਿਚੜੀ ਕਈ ਪ੍ਰਕਾਰ ਦੀਆਂ ਚੀਜ਼ਾਂ ਨਾਲੋਂ ਵਧੀਆ ਲੱਗ ਰਹੀ ਸੀ ਅਤੇ ਉਹ ਨਾਲ ਹੀ ਨਾਲ ਸੋਚ ਕੇ ਪਰੇਸ਼ਾਨ ਸੀ ਕਿ ਹੁਣ ਤੱਕ ਉਸਦੇ ਮੰਮੀ ਪਾਪਾ ਕਿਉਂ ਨਹੀਂ ਆਏ। ਜਿਵੇਂ ਹੀ ਸ਼ਾਮ ਹੋਈ ਤਾਂ ਨਵਦੀਪ ਦੇ ਮੰਮੀ ਪਾਪਾ ਵੀ ਉਸ ਨੂੰ ਮਿਲਣ ਵਾਸਤੇ ਆ ਗਏ। ਅੰਦਰ ਆਉਂਦੇ ਹੀ ਉਹਨਾਂ ਨੇ ਸੁਰਿੰਦਰ ਨੂੰ ਦੇਖਿਆ। ਸੁਰਿੰਦਰ ਜੀ ਆਪਣੀ ਨੂੰਹ ਦੇ ਵਾਲਾਂ ਵਿੱਚ ਤੇਲ ਲਗਾ ਰਹੀ ਸੀ। ਉਹ ਆ ਕੇ ਦੋਵੇਂ ਜਣੇ ਬੈੱਡ ਕੋਲ ਪਏ ਬੈਂਚ ਤੇ ਬੈਠ ਗਏ। ਕੁਝ ਦੇਰ ਬਾਅਦ ਸੁਰਿੰਦਰ ਜੀ ਕਿਸੇ ਕੰਮ ਕਰਕੇ ਵਾਰਡ ਤੋਂ ਬਾਹਰ ਚਲੇ ਗਈ। ਨਵਦੀਪ ਨੇ ਦੇਖਿਆ ਕਿ ਉਸ ਦੇ ਮਾਂ ਅਤੇ ਪਿਤਾ ਜੀ ਦਾ ਚਿਹਰਾ ਕੁਝ ਮੁਰਝਾਇਆ ਹੋਇਆ ਸੀ। ਉਹਨਾਂ ਦੇ ਚਿਹਰੇ ਉੱਪਰੋਂ ਖੁਸ਼ੀ ਗਾਇਬ ਸੀ। ਕਾਰਨ ਪੁੱਛਣ ਤੇ ਨਵਦੀਪ ਦੀ ਮਾਂ ਨੇ ਕਿਹਾ, ਕੀ ਦੱਸਾਂ ਧੀਏ, ਤੇਰੀ ਭਾਬੀ ਨੇ ਆਪਣੀ ਮਾਂ ਦੇ ਬਹਿਕਾਵੇ ਵਿੱਚ ਆ ਕੇ ਘਰ ਦੇ ਵਿੱਚ ਕਲੇਸ਼ ਪਾਇਆ ਹੋਇਆ ਹੈ। ਹਰ ਰੋਜ਼ ਘਰ ਵਿੱਚ ਲੜਾਈਆਂ ਝਗੜੇ ਰਹਿੰਦੇ ਨੇ। ਅਗਰ ਮੈਂ ਕੁਝ ਕਹਿੰਦੀ ਹਾਂ ਤਾਂ ਸੱਸ ਸਹੁਰੇ ਦੁਆਰਾ ਤੰਗ ਪਰੇਸ਼ਾਨ ਕਰਨ ਦੇ ਜੁਰਮ ਵਿੱਚ ਪੁਲਿਸ ਨੂੰ ਘਰ ਬੁਲਾ ਲੈਂਦੀ ਹੈ। ਅੱਜ ਤਾਂ ਉਸਨੇ ਹੱਦ ਹੀ ਕਰ ਦਿੱਤੀ। ਸਾਡੇ ਉੱਪਰ ਕੇਸ ਕਰਨ ਦੀ ਧਮਕੀ ਦੇ ਕੇ ਆਪਣਾ ਸਮਾਨ ਲੈ ਕੇ ਪੇਕੇ ਚਲੀ ਗਈ।
ਹੁਣ ਅੱਗੇ ਕੀ ਹੋਵੇਗਾ? ਇਹ ਸੋਚ ਕੇ ਤੇਰਾ ਭਰਾ ਵੀ ਚਿੰਤਾ ਵਿੱਚ ਆ ਗਿਆ ਹੈ। ਹੁਣ ਮੈਂ ਕੀ ਕਰਾਂ, ਕੁਝ ਸਮਝ ਨਹੀਂ ਆ ਰਿਹਾ। ਨਵਦੀਪ ਇਹ ਗੱਲਾਂ ਸੁਣ ਕੇ ਹੈਰਾਨ ਹੋ ਗਈ ਅਤੇ ਸੋਚਣ ਲਈ ਮਜਬੂਰ। ਅਸੀਂ ਜਿਸ ਤਰ੍ਹਾਂ ਦਾ ਬੀਜਦੇ ਹਾਂ ਸਾਨੂੰ ਉਵੇਂ ਦਾ ਹੀ ਵੱਢਣਾ ਪੈਂਦਾ ਹੈ। ਇਹ ਸਾਰਾ ਕੁਝ ਮੇਰਾ ਅਤੇ ਮੇਰੀ ਮਾਂ ਦੇ ਕਰਮਾਂ ਦਾ ਹੀ ਫਲ ਹੈ। ਆਪਣੀ ਮਾਂ ਦੇ ਕਹਿਣ ਦੇ ਉੱਪਰ ਮੈਂ ਆਪਣਾ ਹੱਸਦਾ ਖੇਡਦਾ ਪਰਿਵਾਰ ਤੋੜ ਲਿਆ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਚੰਗੇ ਲੋਕਾਂ ਨੂੰ ਤੰਗ ਕਰਨ ਦੀ ਸਜ਼ਾ ਰੱਬ ਜ਼ਰੂਰ ਦਿੰਦਾ ਹੈ। ਸਮੇਂ ਨੇ ਆਪਣਾ ਵਾਰ ਕਰਕੇ ਆਪਣਾ ਹਿਸਾਬ ਚੁਕਾ ਲਿਆ ਸੀ। ਥੋੜੀ ਦੇਰ ਵਿੱਚ ਸੁਰਿੰਦਰ ਜੀ ਆਈ ਤੇ ਬੈਗ ਵਿੱਚ ਥੋੜਾ ਜਿਹਾ ਸਮਾਨ ਰੱਖ ਕੇ ਨਵਦੀਪ ਨੂੰ ਕਿਹਾ, ਧੀਏ, ਜਿੰਨਾ ਮੈਂ ਕਰ ਸਕਦੀ ਸੀ ਮੈਂ ਕਰ ਦਿੱਤਾ। ਹੁਣ ਤੇਰੇ ਮੰਮੀ ਪਾਪਾ ਆ ਗਏ ਨੇ, ਮੈਂ ਘਰ ਜਾਂਦੀ ਹਾਂ। ਹੁਣ ਤੱਕ ਦੀਆਂ ਦਵਾਈਆਂ ਅਤੇ ਹਸਪਤਾਲ ਦਾ ਬਿੱਲ ਮੈਂ ਭਰ ਦਿੱਤਾ ਹੈ। ਸਾਰੀਆਂ ਰਸੀਦਾਂ ਤੇਰੇ ਸੁਰਾਣੇ ਦੇ ਥੱਲੇ ਰੱਖੀਆਂ ਹੋਈਆਂ ਨੇ। ਰਵੀ ਆਏਗਾ ਤੇ ਮੇਰੇ ਵੱਲੋਂ ਉਸ ਨੂੰ ਵਧਾਈ ਦੇ ਦੇਣਾ। ਇੰਨਾ ਕਹਿ ਕੇ ਜਿਵੇਂ ਹੀ ਉਹ ਬਾਹਰ ਨਿਕਲਣ ਲੱਗੀ ਤਾਂ ਅਚਾਨਕ ਸੁਰਿੰਦਰ ਜੀ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਹਨਾਂ ਦੀ ਚੁੰਨੀ ਕਿਤੇ ਫਸ ਗਈ ਹੋਵੇ। ਜਦੋਂ ਸੁਰਿੰਦਰ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਨਵਦੀਪ ਨੇ ਉਹਨਾਂ ਦੀ ਚੁੰਨੀ ਨੂੰ ਫੜਿਆ ਹੋਇਆ ਸੀ। ਇੰਨੇ ਵਿੱਚ ਨਵਦੀਪ ਬੋਲੀ, ਮੰਮੀ ਜੀ, ਤੁਸੀਂ ਆਪਣੀ ਧੀ ਨੂੰ ਛੱਡ ਕੇ ਜਾ ਰਹੇ ਹੋ। ਆਪਣੀ ਇਸ ਮੂਰਖਤੀ ਨੂੰ ਮਾਫ ਨਹੀਂ ਕਰੋਗੇ। ਐਨਾ ਸੁਣਦੇ ਹੀ ਸੁਰਿੰਦਰ ਜੀ ਨੇ ਉਸੇ ਵੇਲੇ ਨਵਦੀਪ ਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਉਸਦੇ ਮੱਥੇ ਨੂੰ ਚੁੰਮਿਆ ਤੇ ਬੋਲੀ ਕਿ ਕਦੀ ਕੋਈ ਮਾਂ ਵੀ ਆਪਣੀ ਧੀ ਨਾਲ ਨਾਰਾਜ਼ ਹੁੰਦੀ ਹੈ। ਲੱਖਾਂ ਵਿੱਚੋਂ ਚੁਣ ਕੇ ਤੈਨੂੰ ਮੈਂ ਆਪਣੇ ਘਰ ਦੀ ਨੂੰਹ ਬਣਾ ਕੇ ਲਿਆਈ ਸੀ, ਤਾਂ ਤੂੰ ਮੂਰਖ ਕਿਸ ਤਰ੍ਹਾਂ ਹੋ ਸਕਦੀ ਹੈ? ਤੂੰ ਮੇਰੀ ਨੂੰਹ ਨਹੀਂ ਸਗੋਂ ਧੀ ਹੈ। ਮੈਂ ਤਾਂ ਹਮੇਸ਼ਾ ਤੈਨੂੰ ਆਪਣੀ ਧੀ ਹੀ ਸਮਝਿਆ ਹੈ। ਇਹ ਸੁਣ ਕੇ ਨਵਦੀਪ ਰੋਣ ਲੱਗ ਪਈ ਅਤੇ ਉਸ ਨੂੰ ਰੋਂਦਿਆਂ ਵੇਖ ਸੁਰਿੰਦਰ ਜੀ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ। ਫਿਰ ਖੁਦ ਨੂੰ ਸੰਭਾਲਦੇ ਹੋਏ ਬੋਲੀ, ਬਸ ਧੀਏ, ਤੇਰਾ ਸਰੀਰ ਪਹਿਲਾਂ ਹੀ ਕਮਜ਼ੋਰ ਹੈ ਕਿ ਖੁੱਲਣ ਦਾ ਡਰ ਰਹਿੰਦਾ ਹੈ। ਇੰਨਾ ਕਹਿੰਦੇ ਹੋਏ ਆਪਣੀ ਚੁੰਨੀ ਦੇ ਨਾਲ ਉਸਦੇ ਹੰਝੂਆਂ ਨੂੰ ਸਾਫ਼ ਕੀਤਾ। ਅਗਲੇ ਹੀ ਦਿਨ ਰਵੀ ਵੀ ਆਪਣੇ ਟੂਰ ਤੋਂ ਵਾਪਸ ਆ ਗਿਆ ਅਤੇ ਸਮਾਨ ਕਮਰੇ ਵਿੱਚ ਰੱਖ ਕੇ ਸਿੱਧਾ ਹਸਪਤਾਲ ਪਹੁੰਚਿਆ। ਆਪਣੀ ਮਾਂ ਨੂੰ ਨਵਦੀਪ ਦੇ ਕੋਲ ਦੇਖ ਕੇ ਉਸ ਨੂੰ ਸ਼ਰਮਿੰਦਗੀ ਹੋਈ, ਪਰ ਜਦੋਂ ਉਸਨੇ ਨਵਦੀਪ ਅਤੇ ਆਪਣੀ ਮਾਂ ਨੂੰ ਇਕੱਠੇ ਹੱਸਦੇ ਹੋਏ ਦੇਖਿਆ ਤਾਂ ਉਹ ਝੱਟ ਆਪਣੀ ਮਾਂ ਕੋਲ ਦੌੜ ਕੇ ਆ ਗਿਆ ਅਤੇ ਆਪਣੀ ਮਾਂ ਨੂੰ ਗਲ ਨਾਲ ਲਾ ਲਿਆ। ਇੰਨੇ ਵਿੱਚੋਂ ਮੋਹਨ ਜੀ ਵੀ ਉੱਥੇ ਪਹੁੰਚ ਗਏ। ਰਵੀ ਨੇ ਆਪਣੇ ਦੁਆਰਾ ਕੀਤੇ ਗਏ ਵਿਵਹਾਰ ਦੇ ਬਾਰੇ ਆਪਣੇ ਮਾਂ-ਪਿਓ ਤੋਂ ਮਾਫੀ ਮੰਗੀ। ਸੁਰਿੰਦਰ ਜੀ ਅਤੇ ਮੋਹਨ ਜੀ ਨੇ ਸਾਰਾ ਕੁਝ ਭੁੱਲ ਕੇ ਉਸ ਨੂੰ ਮਾਫ ਕਰ ਦਿੱਤਾ ਅਤੇ ਗਲੇ ਨਾਲ ਲਗਾ ਲਿਆ। ਉਸ ਤੋਂ ਬਾਅਦ ਰਵੀ ਨੇ ਆਪਣੀ ਛੋਟੀ ਜਿਹੀ ਬੇਟੀ ਨੂੰ ਗੋਦੀ ਵਿੱਚ ਲਿਆ। ਨਵਦੀਪ ਨੇ ਰਵੀ ਨੂੰ ਕਿਹਾ ਕਿ ਹੁਣ ਉਹ ਕਿਰਾਏ ਦੇ ਮਕਾਨ ਵਿੱਚ ਨਹੀਂ ਜਾਵੇਗੀ, ਸਗੋਂ ਆਪਣੀ ਮਾਂ ਦੇ ਘਰ ਜਾਵੇਗੀ। ਆਪਣੇ ਘਰ ਕੁਝ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਤੇ ਸਾਰੇ ਹੱਸਦੇ ਖੇਡਦੇ ਆਪਣੇ ਘਰ ਵਾਪਸ ਆ ਗਏ। ਉਹ ਛੋਟੀ ਜਿਹੀ ਜਾਨ ਸਾਰਿਆਂ ਦੇ ਹੱਥਾਂ ਦਾ ਖਿਡੌਣਾ ਬਣੀ ਹੋਈ ਸੀ। ਆਪਰੇਸ਼ਨ ਹੋਣ ਕਰਕੇ ਨਵਦੀਪ ਅਜੇ ਕੰਮ ਨਹੀਂ ਸੀ ਕਰ ਸਕਦੀ। ਸ਼ਾਮ ਨੂੰ ਸੁਰਿੰਦਰ ਜੀ ਨੇ ਨਵਦੀਪ ਨੂੰ ਆ ਕੇ ਕਿਹਾ, ਧੀਏ, ਮੈਂ ਬਾਜ਼ਾਰ ਜਾ ਕੇ ਕੁਝ ਸਮਾਨ ਲੈ ਆਵਾਂ। ਬਾਹਰੋਂ ਤਾਲਾ ਲਗਾ ਦਿੰਦੀ ਹਾਂ ਤਾਂ ਜੋ ਤੈਨੂੰ ਬਾਰ-ਬਾਰ ਉੱਠਣਾ ਨਾ ਪਵੇ। ਅਤੇ ਉਹ ਚਲੀ ਗਈ। ਜਦੋਂ ਨਵਦੀਪ ਸੌਂ ਕੇ ਉੱਠੀ ਤਾਂ ਉਸਨੇ ਦੇਖਿਆ ਕਮਰੇ ਦੀ ਲਾਈਟ ਚੱਲ ਰਹੀ ਸੀ। ਉਹ ਹੌਲੀ-ਹੌਲੀ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਦੇਖਿਆ ਵਿਹੜੇ ਵਿੱਚ ਉਸਦੀ ਸੱਸ ਦੀਵੇ ਜਗਾ ਰਹੀ ਸੀ। ਮਾਂ, ਅੱਜ ਕੋਈ ਦੀਵਾਲੀ ਹੈ ਜੋ ਤੁਸੀਂ ਐਨੇ ਦੀਵੇ ਜਗਾ ਰਹੇ ਹੋ? ਨਵਦੀਪ ਨੇ ਪੁੱਛਿਆ ਤਾਂ ਸੁਰਿੰਦਰ ਜੀ ਨੇ ਹੱਸਦੇ ਹੋਏ ਉੱਤਰ ਦਿੱਤਾ, ਮੇਰੇ ਬੱਚੇ ਪੂਰੇ 1 ਸਾਲ ਦੇ ਬਾਅਦ ਮੇਰੇ ਘਰ ਆਏ ਨੇ ਤਾਂ ਮੈਂ ਉਹਨਾਂ ਦੀ ਖੁਸ਼ੀ ਵਿੱਚ ਦੀਵਾਲੀ ਕਿਉਂ ਨਾ ਮਨਾਵਾਂ। 1 ਸਾਲ ਪਹਿਲਾਂ ਮੇਰੇ ਘਰ ਦੀ ਲੱਛਮੀ ਮੇਰੇ ਘਰ ਨੂੰ ਛੱਡ ਕੇ ਗਈ ਸੀ ਅਤੇ ਅੱਜ ਉਹ ਮੇਰੀ ਪੋਤੀ ਦੇ ਨਾਲ ਵਾਪਸ ਇਸ ਘਰ ਵਿੱਚ ਆਈ ਹੈ। ਮੈਂ ਉਸ ਖੁਸ਼ੀ ਦੇ ਵਿੱਚ ਇਹ ਦੀਵਾਲੀ ਮਨਾ ਰਹੀ ਹਾਂ। ਜਾ ਧੀਏ, ਤੂੰ ਵੀ ਜਾ ਕੇ ਕੋਈ ਸੋਹਣਾ ਜਿਹਾ ਸੂਟ ਪਾ ਲੈ ਅਤੇ ਮੇਰੀ ਪੋਤੀ ਨੂੰ ਵੀ ਸੋਹਣੇ ਜਿਹੇ ਕੱਪੜੇ ਪਵਾ। ਫਿਰ ਅਸੀਂ ਸਾਰੇ ਮਿਲ ਕੇ ਦੀਵੇ ਜਗਾਵਾਂਗੇ। ਇਹ ਸੁਣ ਕੇ ਨਵਦੀਪ ਬਹੁਤ ਖੁਸ਼ ਹੋ ਗਈ। ਘਰ ਦੇ ਦਰਵਾਜ਼ੇ ਤੇ ਖਲੋਤਾ ਰਵੀ ਇਹ ਸਭ ਦੇਖ ਕੇ ਖੁਸ਼ ਹੋ ਰਿਹਾ ਸੀ। ਤਿਆਰ ਹੋ ਕੇ ਦੋਵਾਂ ਨੇ ਘਰ ਵਿੱਚ ਦੀਵੇ ਜਗਾਏ ਅਤੇ ਆਪਣੇ ਮਾਂ-ਬਾਪ ਦੇ ਪੈਰਾਂ ਨੂੰ ਹੱਥ ਲਗਾ ਕੇ
ਉਹਨਾਂ ਕੋਲੋਂ ਬਹੁਤ ਸਾਰੀਆਂ ਅਸੀਸਾਂ ਲਈਆਂ। ਅੱਜ ਉਹਨਾਂ ਦੇ ਵਿਹੜੇ ਵਿੱਚ ਜੋ ਦੀਵੇ ਜਗ ਰਹੇ ਸੀ, ਉਹਨਾਂ ਨੂੰ ਦੇਖ ਕੇ ਸੁਰਿੰਦਰ ਜੀ ਦਾ ਦਿਲ ਬਾਗੋ ਬਾਗ ਹੋ ਗਿਆ ਸੀ। ਉਹ ਜਗਦੇ ਹੋਏ ਦੀਵੇ ਉਸ ਨੂੰ ਇਸ ਤਰ੍ਹਾਂ ਲੱਗ ਰਹੇ ਸੀ ਜਿਵੇਂ ਦੀਵਿਆਂ ਵਾਂਗੂ ਉਸ ਦਾ ਜੀਵਨ ਵੀ ਰੌਸ਼ਨ ਹੋ ਗਿਆ ਹੋਵੇ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਈ ਹੋਵੇਗੀ। ਇਹੋ ਜਿਹੀਆਂ ਹੋਰ ਸੋਹਣੀਆਂ ਕਹਾਣੀਆਂ ਸੁਣਨ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਤਾਂ ਜੋ ਸਾਡੀ ਅਗਲੀ ਸੋਹਣੀ ਜੀ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।